ਇੱਥੇ ਪੂਰੇ ਪਿੰਡ ਦੇ ਹੀ ਮਾਸ਼ਾਅੱਲਾ ਲੋਕ ਪੜ੍ਹੇ ਲਿਖੇ ਨੇ, ਫਿਰ ਉਤੋਂ ਜਿਹੜਾ ਨਾ ਉਹਨਾਂ ਅੱਛੇ ਆਲੀਸ਼ਾਨ ਘਰ ਬਣਾਏ ਹੋਏ ਨੇ, ਤੇ ਇਹ ਯਾਨੀ ਕਿਹਾ ਜਾਂਦਾ ਬੜਾ ਅਮੀਰ ਤਰੀਨ ਵੀ ਪਿੰਡ ਕਿਹਾ ਜਾਂਦਾ ਇਹਨੂੰ, ਤੇ ਇਹਦਾ ਕੀ ਰਾਜ਼ ਹੈ, ਕਿਵੇਂ ਬਣਿਆ? ਡੇਰਾ ਸਾਡੀ ਮਜਬੂਰੀ ਹੈ, ਡੇਰਾ ਸਾਡਾ ਅਸੀਂ ਬਣਾਉਣਾ ਚਾਹੁੰਦੇ ਹਾਂ, ਪਹਿਲੇ ਬਣਾਉਣਾ ਚਾਹੁੰਦੇ ਹਾਂ। ਫਿਰ ਰਾਣਾ ਸਾਹਿਬ ਤੁਸੀਂ ਕਿੰਨੀਆਂ ਪੰਚਾਇਤਾਂ ਦੇ ਫੈਸਲੇ ਹੁਣ ਤੱਕ ਕਰ ਚੁੱਕੇ ਹੋ, ਤੇ ਕਿਤੋਂ ਤੁਹਾਡੇ ਕੋਲ ਫੈਸਲੇ ਪੂਰੇ ਪਿੰਡ 'ਚ ਕੋਈ ਫੈਸਲਾ ਨਾ ਪੁਲਿਸ ਤੱਕ ਜਾਂਦਾ ਨਾ ਅਦਾਲਤਾਂ ਤੱਕ ਜਾਂਦਾ, ਪੰਚਾਇਤ ਵਿੱਚ ਹੀ ਹੱਲ ਹੋ ਜਾਂਦਾ, ਤੇ ਪੰਚਾਇਤ ਕਿਵੇਂ ਕਰਦੇ ਹੋ ਤੇ ਇਹਦਾ ਕੀ ਬਈ? ਅਦਾਲਤਾਂ ਦੇ ਫੈਸਲੇ ਜਿਹੜੇ ਨੇ ਇਹ ਖੱਜਲ ਖਵਾਰੀ ਨਹੀਂ ਰਹੀ, ਤੇ ਬਿਹਤਰ ਇਹ ਬਰਾਦਰੀ, ਮੈਂ ਤਾਂ ਇਹੀ ਕਹਿ ਰਿਹਾ ਵੀ ਬਰਾਦਰੀ ਦੇ ਵਿੱਚ ਬੈਠ ਕੇ ਜਿਹੜਾ ਫੈਸਲਾ ਹੋ ਜਾਏ ਨਾ, ਉਹਦੇ ਵਰਗੀ ਗੱਲ ਹੀ ਨਹੀਂ। ਇੱਥੋਂ ਦੇ ਲੋਕ ਬੜੇ ਬੜੇ ਸ਼ੌਕ ਰੱਖਦੇ ਨੇ, ਉਹਨਾਂ ਦੇ ਸ਼ੌਕ ਨੇ ਲਗਜ਼ਰੀ ਘਰ, ਲਗਜ਼ਰੀ ਗੱਡੀਆਂ, ਤੇ ਇਹਦੇ ਨਾਲ ਸ਼ਾਦੀਆਂ ਦੇ ਵੀ ਸ਼ੌਕ ਨੇ, ਇਹਦੇ ਵਿੱਚ ਕਿੰਨੀ ਹਕੀਕਤ ਹੈ? ਜ਼ਿਆਦਾਤਰ ਇੱਥੇ ਲੋਕ ਮਸਲਨ ਜ਼ਮੀਨਦਾਰ ਨੇ ਤੇ ਬਿਜ਼ਨਸਮੈਨ ਜ਼ਿਆਦਾ ਨੇ, ਬਿਜ਼ਨਸ ਜ਼ਿਆਦਾ ਇੱਥੇ ਲੋਕਾਂ ਦਾ ਬਾਹਰ। ਅੱਜ ਕੱਲ੍ਹ ਇਸ ਪਿੰਡ ਦੇ ਸ਼ੌਕ ਕੀ ਨੇ, ਰਵਾਇਤ ਅੱਜ ਕੱਲ੍ਹ ਕਿਹੜੀਆਂ ਨੇ? अस्सलाम वालेकुम, मुझे कहते हैं अली बादामी। आज मैं आपको पुरानी आपके बचपन की यादों को ताज़ा करने वाला हूँ। किस तरह 90s के दौर के अंदर लोग प्योर खालिस ज़िंदगी दिया करते थे, खालिस चीज़ें खाया करते थे, और ना कोई इस दौर के अंदर सोशल मीडिया हुआ करता था, ना ही कोई लाइक्स की जंग हुआ करती थी, ना ही कमेंट की और ना ही वीडियोज़ के व्यूज़ की। ये वो देसी लोग हैं जो अपनी प्योर और ज़बरदस्त तरीके से ऑर्गेनिक लाइफ गुजार रहे हैं। ना कोई मुनाफकत थी, ना कुछ और था, अपने आप के साथ मगन होकर एक अच्छे रिलेशनशिप के साथ ये लोग जिया करते थे, खाना खाया करते थे, और जो पुराने दौर के अंदर एक खालिस लोग थे, खालिस ही चीज़ें खाया करते थे। मेरे साथ एक ऐसे ही गांव के एक नवाब साहब मौजूद हैं, उनसे जानेंगे कि ये किस तरह आज भी इस टेक्नोलॉजी के दौर के अंदर भी अपनी रवायात को ज़िंदा रखे हुए हैं, देसी खाने भी चलते हैं, यही डेरेदारी है। ये एक ऐसे गांव के नवाब हैं, इसके अंदर रहते हैं कि इन लोग क्या करते हैं कि एक घर के साथ एक आलीशान घर बना होता है, उसके साथ एक लग्जरी डेरा भी बनाते हैं, और पूरी जो है पंचायत सिस्टम आज भी इस गांव के अंदर मौजूद है। यहाँ तक कि अदालतों के अंदर आज तक कोई फ़ैसला नहीं किया, पंचायतों के अंदर ही लोग फैसला करके ये चीज़ें जो है वहाँ पर ही मामलात ख़त्म कर लेते हैं। मेरे साथ मौजूद है, उनसे हम जानते हैं कि क्या सीन है इनका। अस्सलाम वालेकुम। वालेकुम सलाम जी। चाचा जी की हाल चाल है अपना? ठीक ठाक जी। बस की नाम की अपना? मेरा नाम जी राणा मोहम्मद सलीम है। अच्छा राणा साहब, माशाल्लाह मैनू ये दसो, बड़े तुसी जेड़ा ना ज़बरदस्त अज भी पग शग बनी हुई है, तो की राज है? उम्र थोड़ी कितनी होगी? माशाल्लाह मेरी उम्र 55 साल हो गई। अच्छा माशाल्लाह थोड़ी इन्नी उम्र होगी, तो अज भी तुसी जवान लगदे हो, की वजह है? माशाल्लाह जी ਇੱਥੇ ਆਪਾਂ ਮਤਲਬ ਦੇਸੀ ਖੁਰਾਕਾਂ ਖਾਂਦੇ ਆ। अच्छा नवाब साहब मैनू ये दसो कि खुराकां तुसी देसी ਕਿਹੜੀਆਂ इस्तेमाल करते हो? ਦੇਸੀ ਖੁਰਾਕਾਂ ਜ਼ਿਆਦਾਤਰ ਦੁੱਧ ਘਿਓ ਇਸਤੇਮਾਲ ਕਰਨੇ ਆ। ਤੇ ਇਹ ਦੇ ਦੋ ਘਿਓ ਵਗੈਰਾ ਜਿਹੜਾ ਇਹ ਤੁਸੀਂ ਆਪਦਾ ਹੀ ਮੱਝਾਂ ਮੁੱਝਾਂ ਰੱਖੀਆਂ ਹੋਈਆਂ ਨੇ? ਹਾਂਜੀ ਆਪਦੀਆਂ ਮੱਝਾਂ ਰੱਖੀਆਂ ਨੇ ਅਸੀਂ, ਤੇ ਮਾਸ਼ਾਅੱਲਾ ਨਾ ਆਪਣਾ ਹੀ ਘਰ ਦੇਸੀ ਘਿਓ ਜਿਹੜਾ ਨੇ ਇਸਤੇਮਾਲ ਜ਼ਿਆਦਾ ਕਰਨੇ। ਅੱਛਾ, ਤੇ ਮੈਨੂੰ ਇਹ ਦੱਸੋ ਕਿ ਆਪਣੀਆਂ ਮੱਝਾਂ ਗਾਵਾਂ ਮਾਸ਼ਾਅੱਲਾ ਕਿਤਨੀਆਂ ਨੇ, ਤੇ ਡੇਲੀ ਦਾ ਦੁੱਧ ਕਿੰਨਾ ਹੋ ਜਾਂਦਾ ਹੈ? ਮਾਸ਼ਾਅੱਲਾ ਆਪਣਾ ਤਕਰੀਬਨ 1 ਮਣ ਦੁੱਧ ਹੋ ਜਾਂਦਾ ਰੋਜ਼ਾਨਾ ਦਾ। ਅੱਛਾ, ਆਪਣੀਆਂ ਮੱਝਾਂ ਦਾ ਮਾਸ਼ਾਅੱਲਾ ਹੈ ਨਾ 1 ਮਣ? ਹਾਂਜੀ ਹਾਂਜੀ। ਤੇ 1 ਮਣ ਦੁੱਧ ਨੂੰ ਕਿੰਨਾ ਦਿੰਦੇ ਹੋ ਤੇ ਆਪ ਕਿੰਨਾ ਰੱਖਦੇ ਹੋ? ਆਪ ਜਿੱਦਣ ਮਤਲਬ ਘਰ ਦੀ ਜ਼ਰੂਰਤ ਹੋਵੇ ਨਾ ਉਸ ਦੇ ਹਿਸਾਬ ਨਾਲ ਰੱਖ ਲਈਦਾ ਸੀ। ਅੱਛਾ, ਜਿੰਨਾ ਘਰ ਲਾਗਤ ਜ਼ਿਆਦਾ ਹੋਵੇ ਨਾ ਮਤਲਬ ਉਸ ਹਿਸਾਬ ਨਾਲ ਰੱਖ ਲਈਦਾ, ਵੀ ਆਪਣਾ ਘਿਓ ਵੀ ਘਰ ਦਾ ਮਤਲਬ ਦੇਸੀ ਕੱਢਣਾ ਹੈ, ਉਸ ਹਿਸਾਬ ਨਾਲ ਅਸੀਂ ਨਾ ਮਤਲਬ। ਅੱਛਾ ਰਾਣਾ ਸਾਹਿਬ, ਮੈਂ ਸੁਣਿਆ ਇਸ ਪੂਰੇ ਪਿੰਡ ਵਿੱਚ ਹੀ ਇੱਕ ਨਵਾਬ ਯਾਨੀ ਕਿ ਹਰ ਬੰਦਾ ਹੀ ਚੌਧਰੀ ਹੈ, ਹਰ ਬੰਦਾ ਹੀ ਨਵਾਬ ਹੈ, ਤੇ ਇਹਦਾ ਕੀ ਚੱਕਰ ਹੈਗਾ? ਹਰ ਬੰਦੇ ਨੇ ਆਪਣਾ ਡੇਰਾ ਬਣਾਇਆ ਹੋਇਆ ਹੈ ਇੱਥੇ ਮਾਸ਼ਾਅੱਲਾ। ਜ਼ਿਆਦਾਤਰ ਨਾ ਰਾਣਾ ਬਰਾਦਰੀ ਜ਼ਿਆਦਾ ਬੈਠੀ ਹੈ। ਅੱਛਾ ਠੀਕ ਹੈ, ਤੇ ਮਾਸ਼ਾਅੱਲਾ ਸ਼ੁਰੂ ਤੋਂ ਲੈ ਕੇ ਮਸਲਨ ਵੀ ਵੱਡਿਆਂ ਲੈ ਵੇਖ ਵੇਖ ਕੇ ਇਹੀ ਸਿੱਖਿਆ ਵੀ ਸਿਆਸਤ ਜਿਹੜੀ ਹੈ ਨਾ ਬੜੀ ਅੱਛੀ ਚੀਜ਼ ਹੈ, ਅੱਛਾ ਸ਼ਊਰ ਹੈ। ਪੜ੍ਹੇ ਲਿਖੇ ਲੋਕ ਨੇ ਮਤਲਬ ਵੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਕਰਦੇ ਨੇ, ਮਤਲਬ ਬੱਚਿਆਂ ਨੂੰ ਪੜ੍ਹਾਉਣਾ, ਯਾਨੀ ਕਿ ਉਹਨਾਂ ਨੂੰ ਇਹੀ ਸਮਝਾਉਣਾ ਮਤਲਬ ਵੀ ਬੇਟਾ ਮਤਲਬ ਪੜ੍ਹਾਈ ਦੇ ਵਿੱਚ ਜਿਹੜਾ ਨਾ ਤਾਲੀਮ ਜਿਹੜੀ ਨਾ ਬੜੀ ਅੱਛੀ ਚੀਜ਼ ਹੈ। ਅੱਛਾ ਰਾਣਾ ਸਾਹਿਬ, ਇੱਥੇ ਪੂਰੇ ਪਿੰਡ ਦੇ ਹੀ ਮਾਸ਼ਾਅੱਲਾ ਲੋਕ ਪੜ੍ਹੇ ਲਿਖੇ ਨੇ, ਫਿਰ ਉਤੋਂ ਜਿਹੜਾ ਨਾ ਉਹਨਾਂ ਅੱਛੇ ਆਲੀਸ਼ਾਨ ਘਰ ਬਣਾਏ ਹੋਏ ਨੇ, ਤੇ ਇਹ ਯਾਨੀ ਕਿਹਾ ਜਾਂਦਾ ਬੜਾ ਅਮੀਰ ਤਰੀਨ ਵੀ ਪਿੰਡ ਕਿਹਾ ਜਾਂਦਾ ਇਹਨੂੰ, ਤੇ ਇਹਦਾ ਕੀ ਰਾਜ਼ ਹੈ, ਕਿਵੇਂ ਬਣਿਆ? ਇਹ ਘਰ ਤਾਂ ਮਾਸ਼ਾਅੱਲਾ ਇਹ ਹੁਣ ਵੇਖੋ ਨਾ ਮਿਹਨਤ ਕਰਦੇ ਨੇ ਸਾਰੇ, ਆਪਣੀ ਮਿਹਨਤ ਕਰ ਕਰਕੇ ਤੇ ਫਿਰ ਅੱਛਾ ਘਰ ਰਹਿਣ ਸਹਿਣ ਜਿਹੜੀ ਜਗ੍ਹਾ ਜਿਹੜੀ ਨਾ ਇਹ ਬੜਾ ਸ਼ੌਕ ਰੱਖਨੇ ਅਸੀਂ ਵੀ ਸਾਡਾ ਘਰ ਅੱਛਾ ਹੋਣਾ ਚਾਹੀਦਾ ਹੈ, ਅੱਛੇ ਡੇਰੇ ਹੋਣੇ ਚਾਹੀਦੇ ਹੈ। ਡੇਰਾ ਸਾਡੀ ਮਜਬੂਰੀ ਹੈ, ਡੇਰਾ ਸਾਡਾ ਅਸੀਂ ਬਣਾਉਣਾ ਚਾਹੁੰਦੇ ਹਾਂ, ਪਹਿਲੇ ਬਣਾਉਣਾ ਚਾਹੁੰਦੇ ਹਾਂ, ਕਿਉਂ ਆਇਆ ਗਿਆ ਮਹਿਮਾਨ ਸਾਡੇ ਘਰਾਂ ਦੇ ਵਿੱਚ ਹੈਗਾ ਪਰਦਾ, ਠੀਕ ਹੈ, ਤੇ ਅਸੀਂ ਗੈਰ ਆਦਮੀ ਨੂੰ ਜਿਹੜਾ ਅੰਦਰ ਨਹੀਂ ਲੈ ਕੇ ਜਾਂਦੇ। ਸਾਡੇ ਅਸੀਂ ਡੇਰੇ ਦੇ ਵਿੱਚ ਉਹਨਾਂ ਨੂੰ ਬਹਾਨੇ ਆ, ਉਹਨਾਂ ਨੂੰ ਮਹਿਮਾਨ ਨਵਾਜ਼ੀ ਉਹਨਾਂ ਦੀ ਅੱਛੀ ਕਰਨੇ, ਉਹਨਾਂ ਦੇ ਵਿੱਚ ਡੇਰੇ 'ਚ ਬਹਾ ਕੇ
ਤੇ ਆਏ ਗਏ ਕੋਈ ਫੈਸਲਾ ਆ ਜਾਂਦਾ ਮਸਲ ਪਰੇ ਪੰਚਾਇਤ ਦਾ, ਉਹ ਵੀ ਮਸਲ ਆਪਣੇ ਡੇਰਿਆਂ 'ਚ ਕਰ। ਤੇ ਰਾਣਾ ਸਾਹਿਬ ਤੁਸੀਂ ਕਿੰਨੀਆਂ ਪੰਚਾਇਤਾਂ ਦੇ ਫੈਸਲੇ ਹੁਣ ਤੱਕ ਕਰ ਚੁੱਕੇ ਹੋ ਤੇ ਕਿਤੋਂ ਤੁਹਾਡੇ ਕੋਲ ਫੈਸਲੇ ਆਉਂਦੇ? ਮਾਸ਼ਾਅੱਲਾ ਇੱਥੇ ਗਾਉਂ ਦੇ ਹੀ ਮਸਲ ਆ ਜਾਂਦੇ ਨੇ, ਹਾਂ ਤੇ ਉਹ ਮਾਸ਼ਾਅੱਲਾ ਆਪਣਾ ਨਾ ਬਰਾਦਰੀ ਦੇ ਜੋ ਐਸਾ ਮਸਲਾ ਹੋਵੇ, ਵੱਡੇ ਭਰਾ ਨੇ ਛੋਟੇ ਉਹਨਾਂ ਨੂੰ ਸਮਝਾਉਣਾ, ਕੋਈ ਐਸੀ ਗੱਲ ਹੈ ਕੁਝ ਲੜਾਈ ਝਗੜਾ ਕਿਸੇ ਦਾ ਕੋਈ ਹੋ ਗਿਆ ਉਹਨੂੰ ਸਮਝਾਉਣਾ ਤਰੀਕੇ ਨਾਲ ਬਿਠਾ ਕੇ, ਭਾਈ ਜੀ ਇਹ ਨੁਕਸਾਨਦੇਹ ਚੀਜ਼ ਹੈਗੀ। ਅੱਛਾ ਤੇ ਰਾਣਾ ਸਾਹਿਬ ਇਹ ਦੱਸੋ ਕਿ ਮੈਂ ਸੁਣਿਆ ਇਸ ਪੂਰੇ ਪਿੰਡ ਵਿੱਚ ਕੋਈ ਫੈਸਲਾ ਨਾ ਪੁਲਿਸ ਤੱਕ ਜਾਂਦਾ ਨਾ ਅਦਾਲਤਾਂ ਤੱਕ ਜਾਂਦਾ, ਪੰਚਾਇਤ ਵਿੱਚ ਹੀ ਹੱਲ ਹੋ ਜਾਂਦਾ, ਤੇ ਪੰਚਾਇਤ ਕਿਵੇਂ ਕਰਦੇ ਹੋ ਤੇ ਇਹਦਾ ਕੀ ਬਈ? ਸਾਡਾ ਮਾਸ਼ਾਅੱਲਾ ਇੱਥੇ MNA ਸਾਹਿਬ ਨੇ, ਰਾਣਾ ਯਾਦ ਸਾਹਿਬ ਨੇ, ਪਹਿਲੇ ਰਾਣਾ ਫੂਲ ਸਾਹਿਬ ਸੀ, ਠੀਕ ਰਾਣਾ ਇਕਬਾਲ ਸਾਹਿਬ ਦੇ ਵਾਲਦ ਸਾਹਿਬ ਸਨ, ਤੇ ਮਾਸ਼ਾਅੱਲਾ ਬਹੁਤ ਅੱਛੇ ਇਨਸਾਨ ਸਨ, ਤੇ ਰਿਸ਼ਤੇਦਾਰੀ ਵੀ ਸਾਡੀ ਉਹਨਾਂ ਨਾਲ। ਤੇ ਰਾਣਾ ਸਪੀਕਰ ਸਾਹਿਬ ਇਹ ਮਸਲਬ ਵੀ ਸਾਡੇ ਭਾਣਜੇ ਨੇ, ਅੱਛਾ ਇਕਬਾਲ ਸਾਹਿਬ। ਅੱਛਾ ਜੀ ਇਹ ਤੁਹਾਡੇ ਭਾਂਜੇ ਹੈਗੇ ਨੇ? ਹਾਂਜੀ ਸਾਡੇ ਭਾਣਜੇ ਲੱਗਦੇ ਨੇ। ਅੱਛਾ ਅੱਛਾ। ਹਾਂਜੀ ਤੇ ਮੈਂ ਇਹ ਪੁੱਛ ਰਿਹਾ ਸੀ ਇਸ ਪਿੰਡ ਵਿੱਚ ਜ਼ਿਆਦਾਤਰ ਲੋਕ ਕਿਹੜੇ ਕਿਹੜੇ ਰਹਿੰਦੇ ਨੇ? ਬਿਜ਼ਨਸਮੈਨ ਨੇ, ਜ਼ਮੀਨਦਾਰ ਨੇ, ਸਿਆਸਤਦਾਨ ਨੇ? ਜ਼ਿਆਦਾਤਰ ਇੱਥੇ ਲੋਕ ਮਸਲਨ ਜ਼ਮੀਨਦਾਰ ਨੇ ਤੇ ਬਿਜ਼ਨਸਮੈਨ ਜ਼ਿਆਦਾ ਨੇ। ਬਿਜ਼ਨਸ ਜ਼ਿਆਦਾ ਇੱਥੇ ਲੋਕਾਂ ਦਾ ਬਾਹਰ ਠੀਕ ਹੈ ਜਾ ਕੇ, ਤੇ ਬਿਜ਼ਨਸ ਬਹੁਤ ਜ਼ਿਆਦਾ ਹੈ। ਅੱਛਾ ਤੇ ਮੈਨੂੰ ਇਹ ਦੱਸੋ ਤੁਸੀਂ ਖੁਦ ਕਿਹੜਾ ਬਿਜ਼ਨਸ ਕਰਦੇ ਹੋ? ਮੈਂ ਇਸ ਵਕਤ ਜ਼ਿਮੀਂਦਾਰਾ ਵੀ ਕਰ ਰਿਹਾ ਜੀ ਆਪਣਾ, ਠੀਕ ਹੈ। ਤੇ ਆਪਣਾ ਮਤਲਬ ਵੀ ਦੁੱਧ ਦਾ ਕਾਰੋਬਾਰ ਵੀ ਮੇਰਾ। ਤੇ ਉਹ ਕਿਵੇਂ ਜਾ ਰਿਹਾ? ਤੇ ਆਪਣੇ ਬੱਚੇ ਕਿੰਨੇ ਹੈਗੇ ਨੇ, ਉਹਨਾਂ ਨੂੰ ਤੁਸੀਂ ਕਿੱਥੇ ਪੜ੍ਹਾ ਰਹੇ ਹੋ? ਬੱਚੇ ਮਾਸ਼ਾਅੱਲਾ ਮੇਰੇ ਕੋਲ 6 ਬੱਚੇ ਨੇ। 2 ਬੱਚਿਆਂ ਦੀ ਮਤਲਬ ਮੈਟਰਿਕ ਕਰਾ ਕੇ ਮਤਲਬ ਕੁਰਾਨ ਪਾਕ ਪੜ੍ਹਾ ਕੇ ਉਹਨਾਂ ਦੀ ਸ਼ਾਦੀ ਕਰ ਦਿੱਤੀ, ਠੀਕ ਹੈ। ਤੇ 3 ਬੱਚੇ ਨੇ ਮਾਸ਼ਾਅੱਲਾ ਉਹਨਾਂ ਤੋਂ ਛੋਟੇ, ਜਿਹੜੇ ਉਹ ਮਾਸ਼ਾਅੱਲਾ 14ਵੀਂ ਕਲਾਸ ਦੇ ਵਿੱਚ ਪੜ੍ਹਦੇ ਪਏ ਨੇ, ਉਹ ਕਾੜਾ ਯੂਨੀਵਰਸਿਟੀ ਜਾਂਦੇ ਨੇ। ਮਾਸ਼ਾਅੱਲਾ ਮੈਂ ਸੁਣਿਆ ਕਿ ਇੱਥੋਂ ਦੇ ਲੋਕ ਬੜੇ ਬੜੇ ਸ਼ੌਕ ਰੱਖਦੇ ਨੇ, ਉਹਨਾਂ ਦੇ ਸ਼ੌਕ ਨੇ ਲਗਜ਼ਰੀ ਘਰ, ਲਗਜ਼ਰੀ ਗੱਡੀਆਂ, ਤੇ ਇਹਦੇ ਨਾਲ ਸ਼ਾਦੀਆਂ ਦੇ ਵੀ ਸ਼ੌਕ ਨੇ। ਇਹਦੇ ਵਿੱਚ ਕਿੰਨੀ ਹਕੀਕਤ ਹੈ? ਨਹੀਂ ਹੁੰਦੇ ਚ ਮਤਲਬ ਸ਼ਾਦੀਆਂ ਵਾਲਾ ਜਿਹੜਾ ਨਾ ਚੱਕਰ ਉਹ ਤਾਂ ਨਹੀਂ ਹੈਗਾ। ਮਤਲਬ ਮਾਸ਼ਾਅੱਲਾ ਇੱਕ ਹੀ ਸ਼ਾਦੀ ਹੁੰਦੀ, ਕੁਛ ਸ਼ਾਦੋ ਨਾਦਰ ਮਤਲਬ ਵੀ ਪਹਿਲੀ ਬੀਵੀ ਫੌਤ ਹੋ ਗਈ ਤਾਂ ਦੂਸਰੀ ਉਹਨੇ ਕਰ ਲਈ। ਅੱਛਾ ਤੇ ਰਾਣਾ ਸਾਹਿਬ ਤੁਸੀਂ ਕਿੰਨੀਆਂ ਕਰਵਾਈਆਂ ਹੋਈਆਂ ਨੇ? ਮਾਸ਼ਾਅੱਲਾ ਮੇਰੀ ਦੂਸਰੀ ਸ਼ਾਦੀ ਹੈ। ਅੱਛਾ ਅੱਛਾ। ਪਹਿਲੀ ਬੀਵੀ ਫੌਤ ਹੋ ਗਈ ਸੀ, ਠੀਕ ਹੈ। ਤੇ ਦੁਬਾਰਾ ਮਸਲਨ ਸਾਲ ਕੁ ਦੇ ਬਾਅਦ ਦੂਸਰੀ ਸ਼ਾਦੀ ਹੋ ਗਈ ਸੀ। ਤੇ ਇਸ ਤੋਂ ਇਲਾਵਾ ਮੈਂ ਸੁਣਿਆ ਜਿਹੜੇ ਨਵਾਬੀ ਲੋਕ ਨੇ ਉਹਨਾਂ ਵੀ ਕੀਤੀਆਂ ਹੋਈਆਂ ਨੇ, ਜਿਹੜੇ ਵੈਸੇ ਛੁਪ ਕੇ ਕੀਤੀਆਂ ਹੋਈਆਂ? ਨਹੀਂ ਛੁਪ ਕੇ ਕੋਈ ਵੀ ਨਹੀਂ ਕਰਦੇ। ਮਤਲਬ ਰਾਜਪੂਤ ਜਿਹੜੇ ਨੇ ਨਾ ਮਤਲਬ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ, ਛੁਪ ਕੇ ਸ਼ਾਦੀਆਂ ਨਹੀਂ ਕਰਦੇ। ਮਾਸ਼ਾਅੱਲਾ ਇਹ ਜਿਹੜੀ ਪਹਿਲੀ ਬੀਵੀ ਮਾਂ ਪਿਓ ਨੇ ਕਰ ਦਿੱਤੀ ਨਾ, ਮਾਸ਼ਾਅੱਲਾ ਉਹਦੇ ਨਾਲ ਲਾਈਫ ਜ਼ਿੰਦਗੀ ਉਹਦੇ ਨਾਲ ਗੁਜ਼ਾਰ। ਅੱਛਾ ਤੇ ਦੱਸੋ ਅੱਜ ਕੱਲ੍ਹ ਇਹ ਕਿਵੇਂ ਰਵਾਇਤ ਜ਼ਿੰਦਾ ਨੇ? ਇੰਨੇ ਟੈਕਨੋਲੋਜੀ ਦੇ ਦੌਰ ਵਿੱਚ ਦੇਸੀ ਚੀਜ਼ਾਂ ਖਾਂਦੇ ਹੋ, ਉਹੀਓ ਪੰਚਾਇਤਾਂ ਵੀ ਕਰਾਉਂਦੇ ਹੋ, ਸਾਰਾ ਕੁਝ ਕਿਵੇਂ ਸਿਸਟਮ ਚੱਲ ਰਿਹਾ? ਮਾਸ਼ਾਅੱਲਾ ਬੜਾ ਸੋਹਣਾ ਅੱਛਾ ਮਤਲਬ ਸਿਸਟਮ ਜਿਹੜਾ ਨਾ ਠੀਕ ਚੱਲ ਰਿਹਾ ਇੱਥੇ। ਅੱਲਾ ਦਾ ਕਰਮ ਹੈ, ਸ਼ੁਕਰ ਹੈ ਉਹਦੀ ਜ਼ਾਤ ਦਾ, ਜਿਹੜਾ ਟਾਈਮ ਜਿਹੜਾ ਨਾ ਬੜਾ ਸੋਹਣਾ ਟੱਪ ਰਿਹਾ। ਅੱਛਾ ਤੇ ਇਹ ਜਿਹੜੇ ਅਦਾਲਤਾਂ 'ਚ ਫੈਸਲੇ ਚਲੇ ਜਾਂਦੇ ਨੇ, ਇਹਨਾਂ ਵਿੱਚ ਕਿਵੇਂ ਖੱਜਲ ਖਵਾਰੀ ਹੁੰਦੀ ਹੈ? ਇਹਦੇ ਨਾਲ ਉਹ ਪੰਚਾਇਤ 'ਚ ਕਿਵੇਂ ਇਹ ਜਿਹੜਾ ਨਾ ਅਦਾਲਤਾਂ ਦੇ ਫੈਸਲੇ ਜਿਹੜੇ ਨਾ ਇਹ ਖੱਜਲ ਖਵਾਰੀ ਨਹੀਂ ਰਹੀ, ਤੇ ਬਿਹਤਰ ਇਹ ਬਰਾਦਰੀ, ਮੈਂ ਤਾਂ ਇਹੀ ਕਹਿ ਰਿਹਾ ਵੀ ਬਰਾਦਰੀ ਦੇ ਵਿੱਚ ਬੈਠ ਕੇ ਜਿਹੜਾ ਫੈਸਲਾ ਹੋ ਜਾਣਾ ਉਹਦੇ ਵਰਗੀ ਗੱਲ ਹੀ ਨਹੀਂ ਗੀ। ਨਾ ਤਾਂ ਅਦਾਲਤਾਂ ਦੇ ਚੱਕਰ ਲਾਣੇ ਪੈਂਦੇ ਨੇ, ਤੇ ਜਿਹੜਾ ਨਾ ਘਰ ਦੇ ਵਿੱਚ ਫੈਸਲਾ, ਸਾਡੇ ਇੱਥੇ MNA ਸਾਹਿਬ ਨੇ, ਉਹ ਡੇਰੇ ਤੇ ਮਤਲਬ ਕੋਈ ਐਸਾ ਮਸਲਾ ਜ਼ਿਆਦਾ ਹੀ ਮਸਲਾ ਹੋਵੇ ਤੇ ਉਹਦੇ ਡੇਰੇ ਤੇ ਮਸਲ ਜਾ ਕੇ ਬਰਾਦਰੀ ਸਾਰੀ ਇਕੱਠੀ ਹੋ ਕੇ ਮਤਲਬ ਫੈਸਲਾ ਨਿਬੇੜ ਲੈਂਦੀ। ਅੱਛਾ ਉਹ ਪਹਿਲੇ ਹੀ ਰੋਕ ਦਿੰਦੇ ਨੇ ਪੁਲਿਸ ਨੂੰ ਵੀ ਬਈ ਸਾਡਾ ਬਰਾਦਰੀ ਦਾ ਮਸਲਾ ਹੈ, ਬਈ ਇੱਥੇ ਤੁਸੀਂ ਨਹੀਂ ਆਣਾ। ਅੱਛਾ ਤੇ ਤੁਸੀਂ ਖੁਦ ਪੰਚਾਇਤਾਂ ਕਰਵਾਉਂਦੇ ਹੋ, ਤੇ ਕਦੇ ਆਪਦੀ ਪੰਚਾਇਤ ਜਾਂ ਆਪਣਾ ਮਸਲਾ ਲੈ ਕੇ ਵੀ ਗਏ ਹੋ ਕਿਸੇ ਕੋਲ? ਹਾਂ ਇਨਸ਼ਾਅੱਲਾ ਜੀ, ਜਦੋਂ ਦੇਖਿਆ ਵੀ ਸਾਡੇ ਤੋਂ ਮਸਲੇ ਨਹੀਂ ਕਵਰ ਹੁੰਦਾ ਪਿਆ, ਵੀ ਇਹ ਕੰਮ ਜ਼ਿਆਦਾ ਮਸਲਾ, ਫਿਰ ਰਾਣਾ ਸਪੀਕਰ ਸਾਹਿਬ ਨੇ ਮਤਲਬ ਇਕਬਾਲ ਸਾਹਿਬ ਨੇ ਮਤਲਬ ਉਹਨਾਂ ਕੋਲ, ਜਾਂ ਰਾਣਾ ਯਾਦ ਸਾਹਿਬ ਨੇ। ਅੱਛਾ ਤੇ ਅੱਜ ਕੱਲ੍ਹ ਇਸ ਪਿੰਡ ਦੇ ਸ਼ੌਕ ਕੀ ਨੇ? ਰਵਾਇਤ ਅੱਜ ਕੱਲ੍ਹ ਕਿਹੜੀਆਂ ਨੇ? ਲੋਕਾਂ ਦੇ ਸ਼ੌਕ ਕਿਹੜੇ ਨੇ ਇੱਥੋਂ ਦੇ ਮਹੱਲੇ? ਸ਼ੌਕ ਮਾਸ਼ਾਅੱਲਾ ਇੱਥੋਂ ਦੇ ਇਹ ਨੇ ਵੀ ਅੱਛਾ ਮਕਾਨ, ਅੱਛੀਆਂ ਗੱਡੀਆਂ ਹੋਣੀਆਂ ਚਾਹੀਦੀਆਂ ਥੱਲੇ, ਤੇ ਅੱਛਾ ਰਹਿਣ ਸਹਿਣ, ਔਰ ਤਾਲੀਮ ਬੱਚਿਆਂ ਦੇ ਜਿਹੜੇ ਨਾ ਮਤਲਬ ਵੀ ਅੱਛੇ ਤੋਂ ਅੱਛੀ ਹੋਵੇ, ਮਤਲਬ ਯਾਨੀ ਕਿ ਸਾਡੇ ਬੱਚੇ ਸਿਆਸਤ ਦੇ ਵਿੱਚ ਆਉਣ, ਇਹ ਚੀਜ਼ ਦਾ ਮਤਲਬ। ਅੱਛਾ ਤੁਹਾਡਾ ਕੀ ਪਲਾਨ ਹੈ ਅੱਗੇ? ਬੱਚਿਆਂ ਦੇ ਬਾਰੇ ਕੀ ਸੋਚਿਆ ਹੋਇਆ? ਮਾਸ਼ਾਅੱਲਾ ਮੇਰਾ ਇਸ ਵਕਤ ਮਤਲਬ ਇਹ ਹੀ ਜ਼ਹਿਨ ਹੈ ਵੀ ਮੇਰੇ ਕੋਲ ਤਾਂ ਤਾਲੀਮ ਥੋੜੀ ਸੀ, ਮੈਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਅੱਛਾ ਮਸਲਾ ਉਹਨਾਂ ਨੂੰ ਇਹ ਹੀ ਕਿਹਾ ਵੀ ਬੇਟਾ ਮਸਲਾ ਅੱਛਾ ਸ਼ੌਰ ਹੋਵੇ ਤੁਹਾਡਾ, ਅੱਛੀ ਸਿਆਸਤ ਹੋਵੇ, ਸਿਆਸਤ ਦੇ ਵਿੱਚ ਤੁਸੀਂ ਆਓ ਕੱਲ ਨੂੰ। ਤੁਸੀਂ ਰਾਣਾ ਸਾਹਿਬ ਖੁਦ ਕਿੰਨਾ ਪੜ੍ਹੇ ਹੋਏ ਹੋ? ਮੇਰੀ ਮੈਟਰਿਕ ਹੈ ਜੀ। ਅੱਛਾ ਅੱਛਾ ਤੇ ਰਾਣਾ ਸਾਹਿਬ ਖੁਦ ਤੁਸੀਂ ਮਾਸ਼ਾਅੱਲਾ ਮੈਟਰ ਕੀਤੀ, ਬੱਚੇ ਤੁਹਾਡੇ 14ਵੀਂ ਪੜ੍ਹਦੇ ਪਏ ਨੇ, ਉਹਨਾਂ ਨੂੰ ਇੱਕ ਅੱਛੀ ਤਾਲੀਮ ਦਿੱਤੀ ਹੋਈ ਹੈ, ਤੇ ਅੱਗੇ ਦਾ ਕੀ ਪਲਾਨ ਹੈ? ਮੈਂ ਸੁਣਿਆ ਲੋਕ ਆਪਣੇ ਬੱਚਿਆਂ ਨੂੰ ਬਾਹਰ ਦੇ ਮੁਲਕ ਵੀ ਭੇਜਦੇ ਨੇ। ਹਾਂਜੀ ਮਤਲਬ ਬੱਚਾ ਮਤਲਬ ਦੇਖਿਆ ਨਾ ਮਤਲਬ ਵੀ ਇੰਨੇ ਵਸਾਇਲ ਹੈਗੇ ਨੇ ਕਿਸੇ ਕੋਲ, ਤੇ ਉਹ ਆਪਣੇ ਬੱਚਿਆਂ ਨੂੰ ਮਤਲਬ ਬਾਹਰ ਭੇਜ ਦਿੰਦੇ ਨੇ। ਤੇ ਆਸੇ-ਪਾਸੇ ਵਾਲੇ ਪਿੰਡ ਵਾਲੇ ਸਾਰੇ ਇੱਕ ਦੂਸਰੇ ਨੂੰ ਸਪੋਰਟ ਵੀ ਕਰਦੇ ਨੇ? ਹਾਂ ਇਨਸ਼ਾਅੱਲਾ ਇਹ ਵੀ ਹੈ, ਆਪਸ ਵਿੱਚ ਬਰਾਦਰੀ 'ਚ ਮਤਲਬ ਹੁੰਦਾ ਹੈ, ਮਤਲਬ ਇੱਕ ਦੂਸਰੇ ਨੂੰ ਯਾਰ ਇਹ ਬੱਚਾ ਮਾਸ਼ਾਅੱਲਾ ਕਾਬਲ ਹੈਗਾ, ਲੈ ਵੀ ਇਸ ਨੂੰ ਕਹਿ ਕੇ ਮਤਲਬ ਇਹਨੂੰ ਬਾਈ ਬਾਹਰ ਭੇਜੋ ਮਤਲਬ ਪੜ੍ਹਨ ਵਾਸਤੇ। ਤੇ ਇਹ ਜਿਹੜੇ ਬਰਗਰ ਬੱਚੇ ਨੇ, ਯਾਨੀ ਕਿ ਜਿਹੜੇ ਸ਼ਹਿਰੀ ਲੋਕ ਨੇ ਜ਼ਿਆਦਾ, ਬਰਗਰ, ਸ਼ਵਾਰਮੇ,
ਆ ਗੇਮਾਂ ਇਹਨਾਂ ਵਿੱਚ ਵੜ ਗਏ ਨੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸਾਡਾ ਤੇ ਇਹ ਨਜ਼ਰ ਹੈਗੀ ਹੈ ਵੀ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਬੱਚਿਆਂ ਨੂੰ ਰੋਕੋ ਇਹਨਾਂ ਚੀਜ਼ਾਂ ਤੋਂ। ਦੇਸੀ ਘਰ ਦੀਆਂ ਚੀਜ਼ਾਂ ਖਵਾਓ, ਦੇਸੀ ਖਾਣੇ ਖਵਾਓ ਆਪਣੇ ਘਰ ਤਿਆਰ ਕਰਕੇ। ਤੁਸੀਂ ਦੱਸੋ ਕਿ ਇੱਕ ਸਿਹਤਮੰਦ ਜ਼ਿੰਦਗੀ ਦਾ ਕੀ ਰਾਜ਼ ਹੈ, ਉਹਨੂੰ ਕੀ ਕੀ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਖੁਰਾਕ ਤੇ ਕੀ ਕਰਨਾ ਚਾਹੀਦਾ? ਮੇਰੇ ਜ਼ਿਹਨ ਦੇ ਵਿੱਚ ਤੇ ਇਹ ਮਤਲਬ ਵੀ ਅੱਛੀ ਘਰ ਜਿਹੜੀ ਸਬਜ਼ੀ ਪੱਕਦੀ ਹੈ ਜਾਂ ਘਰ ਦੀ ਹਾਂਡੀ ਜਿਹੜੀ ਪੱਕੀ ਹੈ ਉਹ ਖਾਣੀ ਚਾਹੀਦੀ ਹੈ। ਅੱਛਾ, ਕਿ ਦੁੱਧ ਘਿਓ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ। ਠੀਕ ਹੈ ਨਾ, ਇਹ ਜ਼ਿੰਦਗੀ ਵਾਸਤੇ ਬਹੁਤ ਅੱਛੀ ਚੀਜ਼ ਹੈ। ਦੁੱਧ ਘਿਓ ਦੇਸੀ ਜਿਹੜਾ ਘਰ ਦਾ ਖਾਣਾ ਨਾ ਇਹ बहुत अच्छा है। घर का देसी खाने पकाने बहुत अच्छे। ठीक है जी नाज़रीन, ये थे हमारे साथ फूलनगर गांव के नवाब राना सलीम साहब, जो आज भी अपने गांव के अंदर, अपनी फैमिली के अंदर, अपने ख़ानदान के अंदर ये पुरानी रवायात को ज़िंदा रखे हुए हैं। वही देसी खाने, वही देसी फ़ैसले, पंचायतें, और इनके शौक़ सिर्फ 2-3 हैं। अच्छी गाड़ी हो, अच्छा मकान हो और लग्जरी लाइफस्टाइल हो। हम आपके लिए इस तरह की और चीज़ें भी लाते रहेंगे। मुझे इजाज़त दें, अल्लाह हाफिज़।